खेती कानूनों ਨੂੰ ਲੈ ਕੇ ਕਿਸਾਨ ਤਿੱਖੇ ਸੰਘਰਸ਼ ਵੱਲ ਵਧ ਰਹੇ ਨੇ ਤਾਂ ਦੂਜੇ ਪਾਸੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਨੂੰ ਵਿਚੋਲਿਆ ਕਹਿ ਕੇ ਉਹਨਾਂ ਦੇ ਸੰਘਰਸ਼ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਵਿਵਾਦਿਤ ਬਿਆਨਾਂ ਤੋਂ ਬਾਅਦ ਕਿਸਾਨਾਂ 'ਚ ਗੁੱਸਾ ਭਖਦਾ ਜਾ ਰਿਹਾ ਹੈ ਤੇ ਵਿਰੋਧੀਆਂ ਨੇ ਵੀ ਪ੍ਰਧਾਨ ਮੰਤਰੀ ਨੂੰ ਮਾਫੀ ਮੰਗਣ ਦੀ ਨਸੀਹਤ ਦਿੱਤੀ ਹੈ। बिचौलियों और दलालों के पक्ष में खुलकर मैदान में है। मंडी और एमएसपी का तो बहाना है। देश ਲਈ ਅੰਨ ਪੈਦਾ ਕਰਨ ਵਾਲਾ ਕਿਸਾਨ ਹੁਣ ਕੇਂਦਰ ਸਰਕਾਰ ਲਈ ਵਿਚੋਲੀਆ ਬਣ ਚੁੱਕਿਆ। ਦਿੱਲੀ ਬੁਲਾ ਕੇ ਕਿਸਾਨਾਂ ਨੂੰ ਬੇਰੰਗ ਮੋੜਨਾ, ਉਹਨਾਂ ਨੂੰ ਬੇਇੱਜ਼ਤ ਕਰਨਾ ਤੇ ਉਹਨਾਂ ਦੀ ਮੀਟਿੰਗ ਇੱਕ ਸੈਕਟਰੀ ਤੱਕ ਦੇ ਅਧਿਕਾਰੀ ਨਾਲ ਕਰਵਾਏ ਜਾਣ ਦੇ ਜ਼ਖਮ ਹਾਲੇ ਅੱਲੇ ਹੀ ਸਨ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਸਣੇ ਪ੍ਰਧਾਨ ਮੰਤਰੀ ਦੀ ਨਜ਼ਰ ਵਿੱਚ ਦੇਸ਼ ਦਾ ਅੰਨਦਾਤਾ ਵਿਚੋਲੀਆ ਬਣ ਕੇ ਰਹਿ ਗਿਆ। ਤਾਜ਼ਾ ਬਿਆਨਾਂ ਤੋਂ ਸਾਫ਼ ਹੁੰਦਾ ਹੈ ਕਿ ਕੇਂਦਰ ਦਾ ਨਜ਼ਰੀਆ ਕਿਸਾਨਾਂ ਲਈ ਵਿਚੋਲੀਏ ਤੋਂ ਵੱਧ ਕੁਝ ਨਹੀਂ। ਉਹ ਕਿਸਾਨ ਜੋ ਆਪਣੇ ਹੱਕਾਂ ਲਈ ਡਟਿਆ ਹੋਇਆ ਐਮਐਸਪੀ ਦੀ ਲੜਾਈ ਲੜ ਰਿਹਾ, ਸਰਕਾਰੀ ਖਰੀਦ ਨੂੰ ਬਚਾਏ ਰੱਖਣ ਦੀ ਕੋਸ਼ਿਸ਼ ਕਰ ਰਿਹਾ, ਹੁਣ ਕੇਂਦਰ ਲਈ ਬੇਮਾਇਨੇ ਹੋ ਚੁੱਕੇ। ਕਿਸਾਨੀ ਸੰਘਰਸ਼ ਨੂੰ ਤਾਰਪੀੜੋ ਕਰਨ ਅਤੇ ਸਿਆਸੀ ਰੰਗਤ ਦੇਣ ਦੀ ਪ੍ਰਧਾਨ ਮੰਤਰੀ ਨੇ ਵੀ ਕੋਈ ਕਸਰ ਨਹੀਂ ਛੱਡੀ। ਬਿਹਾਰ ਚੋਣਾਂ ਲਈ ਮੈਦਾਨ 'ਚ ਡਟੇ ਪ੍ਰਧਾਨ ਮੰਤਰੀ ਨੇ ਆਪਣੀ ਪਹਿਲੀ ਰੈਲੀ ਦੌਰਾਨ ਕਿਸਾਨਾਂ ਦੇ ਅੰਦੋਲਨ ਤੇ ਵੱਡਾ ਹਮਲਾ ਕੀਤਾ। ਉਮੀਦ ਤਾਂ ਜਤਾਈ ਜਾ ਰਹੀ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਮੰਚ ਤੋਂ ਕਿਸਾਨਾਂ ਨੂੰ ਖੁਸ਼ ਕਰਨ ਵਾਲਾ ਭਰੋਸਾ ਦੇਣਗੇ, ਕਿਸਾਨਾਂ ਦੇ ਖੱਚੇ ਸੁਣਨ ਦੀ ਗੱਲ ਕਹਿਣਗੇ, ਪਰ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਅਜਿਹਾ ਬਿਆਨ ਦਾਗਿਆ ਕਿ ਕਿਸਾਨਾਂ ਦੀ ਹੋਂਦ ਤੇ ਹੀ ਸਵਾਲ ਖੜੇ ਹੋ ਗਏ। ये लोग देश के हर संकल्प के सामने रोड़ा बनकर खड़े हैं, तो ये बिचौलियों और दलालों के पक्ष में खुलकर मैदान में है। मंडी और एमएसपी का तो बहाना है, असल में दलालों और बिचौलियों को बचाना है। और बात बताऊं आपको पंजाब के किसानों के बारे में, ये किसान का आंदोलन नहीं है, ये बिचौलियों का आंदोलन है। समझो आप, मैं ठीक बोल रहा हूं जी, मैं सही बोल रहा हूं ना? यही सच्चाई है। ਪ੍ਰਧਾਨ ਮੰਤਰੀ ਦੇ ਵਿਵਾਦਿਤ ਬੋਲਾਂ ਤੋਂ ਬਾਅਦ ਵਿਰੋਧੀਆਂ ਨੇ ਵੀ ਭਾਜੀ ਮੋੜਨ 'ਚ ਦੇਰ ਨਾ ਲਾਈ। ਇੱਕ ਤੋਂ ਬਾਅਦ ਇੱਕ ਤਾਬੜਤੋੜ ਹਮਲੇ ਹੋਏ। ਪ੍ਰਧਾਨ ਮੰਤਰੀ ਦੀ ਮਨਸ਼ਾ ਤੇ ਸਵਾਲ ਚੁੱਕੇ ਤੇ ਪੁੱਛਿਆ ਕਿ ਤੁਸੀਂ ਕਿਸਾਨਾਂ ਨੂੰ ਕੀ ਸਮਝ ਰੱਖਿਆ? ਉਹਨਾਂ ਦੇ ਖੱਚੇ ਸੁਣਨ ਦੀ ਥਾਂ ਅੰਦੋਲਨ ਤੇ ਸਵਾਲ ਕਿਉਂ ਖੜੇ ਕਰ ਰਹੇ ਹੋ? ਤੁਸੀਂ ਐਮਐਸਪੀ ਤੇ ਸਰਕਾਰੀ ਖਰੀਦ ਜਾਰੀ ਰਹਿਣ ਦਾ ਭਰੋਸਾ ਕਿਉਂ ਨਹੀਂ ਦੇ ਰਹੇ? ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦਾ ਅਪਮਾਨ ਕਰਨ ਪ੍ਰਧਾਨ ਮੰਤਰੀ ਨੂੰ ਮੁਆਫੀ ਮੰਗਣ ਤੱਕ ਦੀ ਨਸੀਹਤ ਦੇ ਦਿੱਤੀ। मोदी साहब जो मर्जी कही जान, लोग की कहते हैं, मैंने वो चीज रखती है। लोग ये कहते हैं मोदी और कैप्टन का याराना है, किसानों को इस याराने से बचाना है। असल स्थिति ये है, ये याराना जेड़ा कांग्रेस दा ते बीजेपी दा है, इस याराने दे बिना, इस फिक्स्ड मैच दे बिना, इस मिली भुगत दे बिना ये बिल पास ही नहीं हो सकते सी। राज्य सभा च ओपोजिशन दे 130 MP होण, जिहदे च कांग्रेस सब तो वड्डी धिर होवे, एनडीए ਦੇ 112 ਬੰਦੇ ਹੋਣ, ਬਿੱਲ ਫੇਰ ਪਾਸ ਹੋ ਜਾਣ, ਇਹ ਬਿਨਾਂ ਯਾਰਾਨੇ ਤੋਂ ਥੋੜੀ ਹੋ ਸਕਦਾ। ਪੰਜਾਬ ਵਿਧਾਨ ਸਭਾ ਦੀ ਵੀ ਜਿਹੜੀ ਸਾਰੀ ਕਾਰਵਾਈ ਹੈ, ਚਾਹੇ ਉਹ 28 ਅਗਸਤ ਦੀ ਲੈ ਲਓ ਜਦੋਂ ਰੈਜ਼ੋਲੂਸ਼ਨ ਪਾਸ ਕਰਕੇ ਨਹੀਂ ਭੇਜਿਆ ਗਿਆ, ਚਾਹੇ ਹੁਣ ਵਾਲਾ ਜਿਹੜਾ ਸਪੈਸ਼ਲ ਸੈਸ਼ਨ ਲਿਆਂਦਾ ਹੈ, ਇਹਦੇ 'ਚ ਜਿਹੜੇ ਬਿੱਲ ਲਿਆਂਦੇ ਗਏ ਇਹ ਲੈ ਲਓ, ਇਹ ਸਭ ਯਾਰਾਨੇ ਦੇ ਤਹਿਤ ਹੈ। ਬਿੱਲ ਇੱਥੇ ਤਿਆਰ ਕਰਕੇ ਕੇਂਦਰ ਤੋਂ ਪਹਿਲਾਂ ਵੈਟ ਕਰਾਏ ਜਾਂਦੇ ਆ, ਫਿਰ ਵਿਧਾਨ ਸਭਾ 'ਚ ਲਿਆਏ ਜਾਂਦੇ ਆ, ਤੇ ਹੈ ਕਿ ਇਹ ਮਿਲੀ ਭੁਗਤੀ ਹੈ। ਇਹ ਸਾਰਾ ਦੇਸ਼ ਜਾਣਦਾ ਕਿ ਤੁਸੀਂ ਕਿੰਨੇ ਘਰਾਂ ਦੇ ਵਿਚੋਲੀ ਹੋਏ ਹੋ। ਤੁਸੀਂ ਸਾਰੇ ਹੀ ਵੱਡੇ ਘਰਾਂ ਦੇ ਵਿਚੋਲੀ ਹੋ, ਬੀਜੇਪੀ ਵਾਲੇ ਹੋ। ਯਾਦ ਕਰਾਉਣਾ ਚਾਹੁੰਦਾ ਮੋਦੀ ਸਾਹਿਬ ਨੂੰ ਔਰ ਨੱਡਾ ਸਾਹਿਬ ਨੂੰ ਕਿ ਉਹੀ ਕਿਸਾਨ ਨੇ ਕਿ ਜਦ ਦੇਸ਼ ਭੁੱਖਾ ਮਰਦਾ ਸੀਗਾ ਤੇ ਇਹਨਾਂ ਕਿਸਾਨ ਭਰਾਵਾਂ ਨੇ, ਪੰਜਾਬ ਦੇ ਕਿਸਾਨਾਂ ਨੇ ਆਪਣਾ ਖੂਨ ਪਸੀਨਾ ਬਹਾ ਕੇ ਸਮੁੱਚੇ ਦੇਸ਼ ਦਾ ਢਿੱਡ ਹੈ ਜਿਹੜਾ ਉਹ ਭਰਿਆ, ਤੇ ਹੁਣ ਅੱਜ ਜਦੋਂ ਤੁਹਾਨੂੰ ਲੋੜ ਨਹੀਂ ਹੈਗੀ ਕਿਸਾਨਾਂ ਦੀ ਤੇ ਤੁਸੀਂ ਉਹਨਾਂ ਦੀ ਪੇਟ ਦੇ ਉੱਪਰ ਲੱਤ ਮਾਰ ਕੇ ਉਹਨਾਂ ਨੂੰ ਵਿਚੋਲੀਆ ਕਹਿ ਰਹੇ ਹੋ। ਮੈਂ ਸਮਝਦਾ ਕਿ ਮੋਦੀ ਜੀ ਨੂੰ ਔਰ ਨੱਡਾ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਵਿਰੋਧ ਸਿਰਫ ਸਿਆਸੀ ਜਮਾਤਾਂ ਤੱਕ ਹੀ ਸੀਮਤ ਨਹੀਂ ਰਿਹਾ। ਕਿਸਾਨਾਂ ਨੇ ਵੀ ਪ੍ਰਧਾਨ ਮੰਤਰੀ ਦੇ ਬਿਆਨ ਦੀ ਨਿੰਦਾ ਕੀਤੀ ਤੇ ਕਿਹਾ ਕਿ ਵਿਚੋਲੀਏ ਕਿਸਾਨ ਨਹੀਂ, ਬਲਕਿ ਉਹ ਲੋਕ ਨੇ ਜੋ ਉਦਯੋਗਪਤੀਆਂ ਨੂੰ ਲਿਆ ਕੇ ਖੇਤੀ ਨੂੰ ਤਬਾਹ ਕਰਨ 'ਚ ਲੱਗੇ ਨੇ।
ਪ੍ਰਧਾਨ ਹੈ ਉਹ ਤਾਂ ਬਖਲਾਟ ਵਿੱਚ ਆ ਕੇ ਕਿਸਾਨਾਂ ਨੂੰ ਦਲਾਲ ਤੇ ਵਿਚੋਲੀਏ ਦੇਖਦਾ ਹੈ। ਉਹਨਾਂ ਦੀ ਨਿਗਾਹ ਦੇ ਵਿੱਚ ਆ ਜਿਹੜੇ ਕਿਸਾਨਾਂ ਦੇ ਇਕੱਠ ਨੇ, ਬੱਚੇ ਨੇ, ਮਾਈਆਂ ਨੇ, ਬੁੜੇ ਨੇ, 70 ਸਾਲ ਦੇ ਨੌਜਵਾਨ ਨੇ, ਰੇਲਵੇ ਟਰੈਕਾਂ ਦੇ ਬੈਠੇ ਨੇ, ਇਹਨਾਂ ਨੂੰ ਦਲਾਲ ਤੇ ਵਿਚੋਲੀਆ ਕਹਿੰਦੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਭਾਜਪਾ ਦੇ ਆਗੂ ਤਾਂ ਬਖਲਾਟ ਵਿੱਚ ਆ ਗਏ, ਉਹ ਤਾਂ ਬਖਲਾਟ ਵਿੱਚ ਆ ਕੇ ਇਹੋ ਜਿਹੇ ਆਪਦੇ ਬਿਆਨ ਦੇ ਰਹੇ ਨੇ ਜਿਹੜੇ ਕਿਸੇ ਨੂੰ ਸ਼ੋਭਾ ਨਹੀਂ ਦਿੰਦੇ। ਇਸੇ ਤਰ੍ਹਾਂ ਦੀ ਬਖਲਾਟ ਵਿੱਚ ਇਹੋ ਜਿਹੇ ਬਿਆਨ ਦਿੰਦੇ ਰਹੇ। ਆਉਣ ਵਾਲੇ ਦਿਨਾਂ ਵਿੱਚ ਅਸੀਂ ਤੁਹਾਡੀ ਛਿੱਤਰਾਂ ਨਾਲ ਸੇਵਾ ਕਰਾਂਗੇ। ਇਸ ਅੰਦੋਲਨ ਨੇ ਦਬਾਅ ਖੜਾ ਕੀਤਾ ਹੈ। ਇਹ ਤੋਂ ਡਰਦੇ ਹੀ ਕੁਛ ਨਾ ਕੁਛ ਬੋਲੀ ਜਾਂਦੇ ਨੇ, ਜੋ ਜੀ ਕਰਦਾ ਬੋਲੀ ਜਾਂਦੇ ਨੇ। ਇੱਕ ਗੱਲ ਮੈਂ ਸਪਸ਼ਟ ਕਰ ਦਿਆਂ, ਉਹ ਜੋ ਮਰਜ਼ੀ ਕਹੀ ਜਾਣ, ਉਹਨਾਂ ਦੀ ਕੋਸ਼ਿਸ਼ ਇਹ ਹੈ ਵੀ ਕਿਸੇ ਤਰ੍ਹਾਂ ਇਸ ਮੂਵਮੈਂਟ ਦੇ ਵਿੱਚ ਵਾਇਲੈਂਸ ਆ ਸਕਦਾ ਹੈ। ਬੜਾ ਪੁੱਠਾ ਸਿੱਧਾ ਬੋਲਣ ਲੱਗ ਗਏ ਹੈ ਅੱਜ। ਸਾਡਾ ਜ਼ੋਰ ਇਸ ਗੱਲ ਤੇ ਹੈ ਵੀ ਮੂਵਮੈਂਟ ਪੀਸਫੁਲ ਰੱਖਣੀ ਹੈ। ਸਾਨੂੰ ਪਤਾ ਹੈ ਉਖੜੇ ਹੋਏ ਲੋਕ ਨੇ ਔਰ ਇਹਨਾਂ ਨੂੰ ਢਾਉਣਾ ਹੀ ਅਸੀਂ ਇਸੇ ਤਰ੍ਹਾਂ ਪੀਸਫੁਲ ਮੂਵਮੈਂਟ ਨਾਲ ਔਰ ਲੋਕਾਂ ਦੇ ਸਹਿਯੋਗ ਨਾਲ ਢਾਉਣਾ ਹੈ। ਇਹ ਨੱਡੇ ਦੇ ਕਹਿਣ ਨਾਲ ਵਿਚੋਲੀਏ ਦੀ ਨਹੀਂ ਬਣਦੀ, ਉਹਨੂੰ ਪਤਾ ਹੀ ਨਹੀਂ ਵਿਚੋਲੀਏ ਦੇ ਮਾਅਨੇ ਕੀ ਹੈ। ਪਹਿਲਾਂ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਬੇਰੰਗ ਮੋੜਨਾ ਤੇ ਹੁਣ ਕਿਸਾਨੀ ਸੰਘਰਸ਼ ਦੇ ਸਵਾਲ ਖੜੇ ਕਰਨਾ ਕੇਂਦਰ ਸਰਕਾਰ ਦੀ ਇਸ ਮਨਸ਼ਾ ਨੂੰ ਸਾਫ਼ ਕਰ ਰਿਹਾ ਹੈ ਕਿ ਕੇਂਦਰ ਖੇਤੀ ਕਾਨੂੰਨਾਂ ਵਿੱਚ ਕਿਸੇ ਵੀ ਸੋਧ ਨੂੰ ਜ਼ਰੂਰੀ ਨਹੀਂ ਸਮਝਦੀ ਤੇ ਭਵਿੱਖ ਵਿੱਚ ਕਿਸਾਨੀ ਖਦਸ਼ੇ ਸੁਣੇ ਜਾਣ ਨੂੰ ਲੈ ਕੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਲਈ ਕਿਸਾਨੀ ਅੰਦੋਲਨ ਤੇ ਸਵਾਲ ਚੁੱਕ ਕੇ ਕਿਸਾਨਾਂ ਦੇ ਹੌਸਲੇ ਢਾਉਣ ਦੀ ਕਵਾਇਦ ਵੀ ਤੇਜ਼ ਹੋ ਚੁੱਕੀ ਹੈ। ਬਿਊਰੋ ਰਿਪੋਰਟ, PTC ਨਿਊਜ਼।